ਫਿਰਦੇ ਹੈਗੇ ਆ, ਹਾਦਸਾ ਦਾ ਸ਼ਿਕਾਰ ਹੋ ਗਏ ਜੀ। ਤੁਸੀਂ ਕੀ ਸਰ ਉਹਦੇ 'ਚ ਕਹਿਣਾ ਚਾਹੁੰਦੇ ਜੀ? ਇਸ ਤਰ੍ਹਾਂ ਵੀ ਜਿਹੜੇ ਅਵਾਰਾ ਪਸ਼ੂ ਇਕੱਲਾ ਸ਼ਹਿਰ ਦੇ ਵਿੱਚ ਨਹੀਂ ਹੈ, ਸੜਕਾਂ ਦੇ ਉੱਤੇ ਆਪਾਂ ਵੇਖਦੇ ਹਾਂ ਵੀ ਬਹੁਤ ਐਕਸੀਡੈਂਟ ਹੁੰਦੇ ਨੇ। ਇਹਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ। ਦੇਖੋ, ਜੇ ਵੱਡੀ ਜੀਟੀ ਰੋਡ ਤੇ ਜਾਂ ਜਿਹੜੀਆਂ ਆਪਣੀਆਂ ਵੱਡੀਆਂ ਰੋਡਸ ਨੇ, ਇਹਨਾਂ ਉੱਤੇ ਟੋਲ ਪਲਾਜ਼ਾ ਵਾਲੇ ਲੋਕ ਇਸ ਗੱਲ ਹੀ ਉਹ ਮਾਲਕ ਇਸ ਲਈ ਜ਼ਿੰਮੇਵਾਰ ਹੋਣੇ, ਜੇ ਕਿਤੇ ਘਟਨਾ ਵਾਪਰਦੀ ਹੈ ਕਿਸੇ ਵੀ ਸੜਕ ਦੇ ਉੱਤੇ, ਤਾਂ ਜਿਹੜਾ ਟੋਲ ਪਲਾਜ਼ਾ ਲੈਣ ਵਾਲੀ ਕੰਪਨੀ ਹੈ ਉਹਦੇ ਲਈ ਉਹ ਪੂਰੀ ਤਰ੍ਹਾਂ ਜ਼ਿੰਮੇਵਾਰ ਹੋਣੇ ਚਾਹੀਦੇ ਹੈ। ਉਹਨਾਂ ਨੂੰ ਮੁਆਵਜ਼ਾ ਦੇਣਾ ਬਣਦਾ। ਦੂਸਰਾ, ਸ਼ਹਿਰ ਦੇ ਅੰਦਰ ਜੇ ਕੋਈ ਘਟਨਾ ਵਾਪਰਦੀ ਹੈ ਤਾਂ ਉਹਦੇ ਲਈ ਮਿਊਨਿਸਪੈਲਿਟੀ ਜ਼ਿੰਮੇਵਾਰ ਬਣਦੀ ਹੈ। ਸੋ ਕੁੱਲ ਮਿਲਾ ਕੇ ਗੱਲ ਇਹ ਹੈ ਵੀ ਜਿਹੜੇ ਅਵਾਰਾ ਜਾਨਵਰ ਨੇ, ਇਹਨਾਂ ਦਾ ਜਿਹੜੀ ਪੰਜਾਬ ਸਰਕਾਰ ਹੈ ਉਹਨੂੰ ਪ੍ਰਬੰਧ ਕੀਤਾ ਜਾਣਾ ਬਣਦਾ। ਇਹਨਾਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਜੋ ਲੋਕਾਂ ਦਾ ਨੁਕਸਾਨ ਹੁੰਦਾ, ਕਿਸਾਨ ਦਾ ਜੋ ਨੁਕਸਾਨ ਹੁੰਦਾ ਹੈ, ਸ਼ਹਿਰਾਂ ਵਿੱਚ ਜੋ ਐਕਸੀਡੈਂਟ ਹੁੰਦੇ ਹੈ, ਸੜਕ 'ਤੇ ਜੋ ਐਕਸੀਡੈਂਟ ਹੁੰਦਾ ਹੈ, ਉਹ ਸਾਰਾ ਰੋਕਿਆ ਜਾ ਸਕੇ, ਘਟਾਇਆ ਜਾ ਸਕੇ। ਸਰ, ਇਹਦੇ ਵਿੱਚ ਤਾਂ ਜਿਸ ਤਰ੍ਹਾਂ ਤੁਸੀਂ ਕਿਹਾ ਗਿਆ ਜੀ, ਸਰਕਾਰ ਵੱਲੋਂ ਪ੍ਰਬੰਧ ਕੀਤੇ ਜਾਣ ਇਹਨਾਂ ਨੂੰ ਸੰਭਾਲਣ ਵਾਸਤੇ। ਇਹ ਜਿਹੜੇ ਪਸ਼ੂ ਹੈਗੇ ਜੀ ਗਊਸ਼ਾਲਾ ਦੇ ਵਿੱਚ ਛੱਡੇ ਜਾਂਦੇ ਨੇ, ਉਸ ਤੋਂ ਇਲਾਵਾ ਬਾਅਦ ਵਿੱਚ ਫਿਰ ਗਊਸ਼ਾਲਾ ਦੇ ਹੀ ਕੁਝ ਜਿਹੜੇ ਟੈਗ ਕੀਤੇ ਵੇ, ਗਊਸ਼ਾਲਾ ਦੇ ਆਪਦੇ ਪਰਸਨਲੀ ਜਿਹੜੇ ਹੈਗੇ ਆ ਟੈਗ ਕੀਤੇ ਵੇ, ਦੁਬਾਰਾ ਫਿਰ ਜਿਹੜੇ ਹੈਗੇ ਆ ਰੋਡਾਂ ਦੇ ਉੱਪਰ ਚੱਲ ਫਿਰ ਰਹੇ ਆ। ਉਹਦੇ ਵਿੱਚ ਆਪਾਂ ਕਿਹਨੂੰ ਕਸੂਰਵਾਰ ਕਵਾਂਗੇ ਜੀ? ਨਹੀਂ, ਜਿਹੜੇ ਹੁਣ ਗਊਸ਼ਾਲਾ ਵਾਲੇ, ਉਹਨਾਂ ਦੀ ਕੀ ਸਮਰੱਥਾ, ਕਿੰਨੇ ਕੁ ਰੱਖਦੇ ਆ, ਇਹਦੇ 'ਚ ਅਸਲ 'ਚ ਸਰਕਾਰ ਚਾਹੀਦੀ ਹੈ। ਸਰਕਾਰ ਜ਼ਿੰਮੇਵਾਰੀ ਚੱਕੇ, ਉਹਨੇ ਕੀ ਕਰਨਾ ਇਹਨਾਂ ਦਾ। ਸੋ ਬਿਲਕੁਲ ਸਰਕਾਰ ਦੇ ਪਹਿਲਾਂ ਹੁੰਦੇ ਸੀ, ਪਹਿਲਾਂ ਸਲਾਟਰ ਹਾਊਸ ਵਗੈਰਾ ਹੁੰਦੇ ਸੀ, ਉਹ ਇਦਾਂ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਤਾਂ ਕਿ ਲੋਕਾਂ ਨੂੰ ਕੋਈ ਰਾਹਤ ਮਿਲ ਸਕੇ। ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਵਰਿੰਦਰ ਕੁਮਾਰ ਹੈ ਜੀ। ਹਾਂਜੀ, ਕੀ ਕਹਿਣਾ ਚਾਹੁੰਦੇ ਤੁਸੀਂ ਅਵਾਰਾ ਪਸ਼ੂ? ਅਵਾਰਾ ਪਸ਼ੂ ਆ ਜਿਹੜੇ ਜੀ ਐਕਸੀਡੈਂਟ ਦਾ ਕਾਰਨ ਬਣਦੇ ਆ, ਤੇ ਇਹ ਸਾਰੀ ਜਿਹੜੀ ਜ਼ਿੰਮੇਵਾਰੀ ਹੈ ਗਊਸ਼ਾਲਾ ਦੀ ਬਣਦੀ ਹੈ ਜੀ। ਦੇਖੋ, ਜਿਹਨਾਂ ਦੇ ਕੰਨਾਂ ਦੇ ਉੱਤੇ ਟੈਗ ਵੀ ਲੱਗੇ ਹੋਏ ਆ, ਗਊਸ਼ਾਲਾ ਵਾਲੇ ਜਿਹੜੇ ਆ ਵੀ ਉਹ ਜਿਹੜੇ ਵੀ ਪਸ਼ੂ ਦੁੱਧ ਦਿੰਦੇ ਆ ਉਹਨਾਂ ਨੂੰ ਤਾਂ ਉੱਥੇ ਰੱਖ ਲੈਂਦੇ ਆ, ਬਾਕੀਆਂ ਨੂੰ ਬਾਹਰ ਕੱਢ ਦਿੰਦੇ ਆ। ਤੇ ਕੱਲ੍ਹ ਨੂੰ ਜੇ ਕੋਈ ਐਕਸੀਡੈਂਟ ਵਗੈਰਾ ਹੁੰਦਾ, ਮੇਰਾ ਤਾਂ ਕਹਿਣਾ ਇਹ ਆ ਵੀ ਉਹ ਕਿਸੇ ਦੀ ਡੈਥ ਹੋ ਜਾਂਦੀ ਹੈ ਜਾਂ ਕਿਸੇ ਦੇ ਸੱਟ ਲੱਗਦੀ ਹੈ, ਤੇ ਉਹਦਾ ਕਲੇਮ ਗਊਸ਼ਾਲਾ ਵਾਲਿਆਂ ਨੂੰ ਦੇਣਾ ਚਾਹੀਦਾ, ਕਿਉਂਕਿ ਸਰਕਾਰ ਸਾਡੇ ਤੋਂ ਗਊਸ਼ਾਲਾ ਟੈਕਸ ਵੀ ਲੈਂਦੀ ਆ, ਤੇ ਜੋ ਕਿ ਜ਼ਿੰਮੇਵਾਰੀ ਆ ਉਹ ਗਊਸ਼ਾਲਾ ਵਾਲਿਆਂ ਦੀ ਬਣਦੀ ਆ। ਇੱਥੇ ਜਿਹੜਾ ਅਵਾਰਾ ਪਸ਼ੂ ਕਿਸ ਹਾਲਾਤਾਂ ਦੇ ਵਿੱਚ ਚੱਲਦੇ ਫਿਰਦੇ ਰਹੇ? ਅਵਾਰਾ ਪਸ਼ੂ ਸਾਰਾ ਦਿਨ ਸੜਕਾਂ 'ਤੇ ਫਿਰਦੇ ਆ ਜੀ। ਆ ਪਿੱਛੇ ਇੱਥੇ ਗੰਦ 'ਚ ਮੂੰਹ ਮਾਰਦੇ ਫਿਰਦੇ ਆ ਸਾਰਾ ਦਿਨ ਜੀ। ਇੱਥੇ ਲੜਦੇ ਆ ਜੀ। ਇੱਕ ਦਿਨ ਸਾਡੇ ਸ਼ੋਰੂਮ ਦੇ ਸ਼ੀਸ਼ੇ ਭੰਨਤੇ ਜੀ ਉਹਨਾਂ ਨੇ। ਇਹ ਇੱਥੇ ਕੋਈ ਹੋਰ ਵੱਡਾ ਕੋਈ ਹਾਦਸਾ ਹੋਇਆ ਕਿ ਪ੍ਰਸ਼ਾਸਨ ਹਾਦਸੇ ਦੀ ਵੇਟ ਕਰ ਰਿਹਾ ਜੀ? ਪ੍ਰਸ਼ਾਸਨ ਤਾਂ ਹਾਦਸੇ ਦੀ ਵੇਟ ਹੀ ਕਰੀ ਜਾਂਦਾ ਜੀ। ਤੁਸੀਂ ਕੀ ਕਹਿਣਾ ਚਾਹੋਗੇ ਅਵਾਰਾ ਪਸ਼ੂ? ਮੇਰਾ ਨਾਮ ਵਿਜੇ ਕੁਮਾਰ ਹੈ ਜੀ। ਮੈਂ ਅਵਾਰਾ ਪਸ਼ੂਆਂ ਬਾਰੇ ਇਹੀ ਕਹਿਣਾ ਚਾਹੂੰਗਾ ਕਿ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਹਨਾਂ ਨੂੰ ਕਿਵੇਂ ਨਾ ਕਿਵੇਂ ਕਰਕੇ ਗਊਸ਼ਾਲਾ ਦੇ ਵਿੱਚ ਇਹਨਾਂ ਨੂੰ ਛੱਡੇ ਜਾਣ, ਜੋ ਕਿ ਗਊਸ਼ਾਲਾ ਦੇ ਟੈਗ ਲੱਗੇ ਹੋਏ ਇਹਨਾਂ 'ਤੇ। ਜੇ ਇਹਨਾਂ ਦੇ ਪੂਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਅਤੇ ਗਊਸ਼ਾਲਾ ਦੀ ਹੈ, ਜੋ ਕਿ ਇਹਨਾਂ ਨੂੰ ਫੰਡ ਵਗੈਰਾ ਵੀ ਆਉਂਦੇ ਆ ਇਸ ਚੀਜ਼ ਦੇ। ਤੇ ਮੈਂ ਇਹ ਕਹਿਣਾ ਚਾਹੁੰਦਾ ਕੋਈ ਵੱਡਾ ਹਾਦਸਾ ਹੋਵੇ ਇਸ ਤੋਂ ਪਹਿਲਾਂ ਇਸ ਨੂੰ ਕੰਮ ਨੂੰ ਜਿਹਨੂੰ ਨਜਿੱਠਣਾ ਚਾਹੀਦਾ ਅਤੇ ਇਹਨਾਂ ਨੂੰ ਜਲਦ ਤੋਂ ਜਲਦ ਫੜ ਕੇ ਗਊਸ਼ਾਲਾ ਦੇ ਵਿੱਚ ਛੱਡਣਾ ਚਾਹੀਦਾ। ਤੁਸੀਂ ਹਰ ਸਮੇਂ ਜਿਹੜੇ ਹੈਗਾ ਦੁਕਾਨ ਚਲਾ ਰਹੇ ਆ ਇੱਕ, ਉਹਦੇ ਵਿੱਚ ਜਿਹੜਾ ਹੈਗਾ ਤੁਹਾਡੇ ਸਾਹਮਣੇ ਕਿਸ ਤਰ੍ਹਾਂ ਪਸ਼ੂ ਅਵਾਰਾ ਚੱਲ ਫਿਰ ਰਹੇ ਹੈਗੇ ਆ, ਹਾਦਸਾ ਵੀ ਹੋ ਰਿਹਾ? ਅਵਾਰਾ ਪਸ਼ੂ ਐਵੇਂ ਹੈ ਕਿ ਕਈ ਵਾਰ ਸੜਕਾਂ 'ਤੇ ਤੁਰਦੇ ਫਿਰਦੇ ਰਹਿੰਦੇ, ਜਾਂ ਇੱਥੇ ਆਪਣੇ ਡੰਪ ਹੈਗੇ ਜਿਹੜੇ ਉਹਨਾਂ ਦੇ ਵਿੱਚ ਉਹ ਗੰਦ 'ਚ ਮੂੰਹ ਮਾਰਦੇ ਫਿਰਦੇ ਆ। ਕਈ ਵਾਰ ਤਾਂ ਇੱਥੇ ਵੇਖਿਆ ਕਿ ਜਿਹੜੇ ਹੈਗੇ ਆ ਪਸ਼ੂ ਇੱਥੇ ਲੜਦੇ ਹੋਏ ਵੀ ਨਜ਼ਰ ਆਇਆ, ਜੋ ਕਿ ਕਈ ਵਾਰ ਵੱਡਾ ਹਾਦਸਾ ਹੋਣ ਤੋਂ ਟਲਿਆ ਵੀ ਹੈ। ਫਰੀਦਕੋਟ ਦੇ ਵਿੱਚ 2 ਗਊਸ਼ਾਲਾ ਹੋਣ ਦੇ ਬਾਵਜੂਦ ਵੀ ਅਵਾਰਾ ਪਸ਼ੂ ਘੁੰਮ ਰਹੇ ਹੈਗੇ ਜੀ, ਹਾਦਸਿਆਂ ਦੇ ਕਾਰਨ ਬਣ ਰਹੇ। ਸਰਕਾਰ ਵੱਲੋਂ ਕੀ ਉਪਰਾਲਾ ਲੱਗਦਾ? ਦੇਖੋ, ਅਸੀਂ ਤਾਂ ਪਹਿਲਾਂ ਵੀ ਬੜੇ ਵੱਡੇ ਪੱਧਰ ਦੇ ਉੱਤੇ ਜਿੰਨਾ ਵੀ ਹੋ ਸਕਦਾ ਸੀਗਾ, ਚਾਹੇ ਦੂਜੀਆਂ ਸਰਕਾਰਾਂ ਸੀਗੀਆਂ, ਉਹਨਾਂ ਦੇ ਨਾਲ ਵੀ ਤਾਲਮੇਲ ਕਰਕੇ ਜਿੱਥੇ ਵੀ ਸਾਨੂੰ ਲੱਗਦਾ ਸੀਗਾ, ਇੱਥੋਂ ਤੱਕ ਕਿ ਪਸ਼ੂ ਅਸੀਂ ਆਪ ਫੜ ਕੇ ਗਊਸ਼ਾਲਾਵਾਂ ਦੇ ਵਿੱਚ ਭੇਜਦੇ ਰਹੇ। ਔਰ ਹੁਣ ਵੀ ਜਿਹੜਾ ਹੈਗਾ ਨਵੇਂ, ਇੱਕ ਤਾਂ ਕਾਰਨ ਇਹਦਾ ਵੀ ਨਵੇਂ ਪਸ਼ੂ ਛੱਡ ਦਿੰਦੇ ਲੋਕ, ਔਰ ਦੂਜਾ ਇਹ ਵੀ ਜਿਹੜਾ 2 ਤਰ੍ਹਾਂ ਦੇ ਪਸ਼ੂ ਹੈ। ਇੱਕ ਤਾਂ ਜਿਹੜੇ ਸਾਡੇ ਆਪਣੀ ਚਿੱਟੀ ਗਊ ਹੈ, ਜਿਹੜੀ ਇਸ ਭਾਰਤ ਦੀ ਗਊ ਹੈ। ਇੱਕ ਅਮਰੀਕਨ ਜਿਹੜੇ ਹੈ ਉਹ ਢੱਠੇ ਆ, ਉਹ ਕਿਸੇ ਕੰਮ ਨਹੀਂ ਆਉਂਦੇ। ਦੂਜੀਆਂ ਜਿਹੜੇ ਸੀ ਪਸ਼ੂ ਉਹ ਖੇਤੀ ਦੇ ਕੰਮ ਵੀ ਆ ਜਾਂਦੇ ਸੀ ਜਾਂ ਹੋਰ ਕਿਸੇ ਕੰਮਾਂ ਦੇ ਵਿੱਚ ਆ ਜਾਂਦੇ ਸੀ। ਹਜੇ ਵੀ ਭਾਰਤ ਦੇ ਅੰਦਰ ਬਹੁਤ ਸਾਰੇ ਸਟੇਟਾਂ ਦੇ ਵਿੱਚ ਖੇਤੀ ਹੁੰਦੀ ਹੈ ਬਲਦਾਂ ਦੇ ਨਾਲ, ਤਾਂ ਇਹ ਪਸ਼ੂ ਆ ਉਹਦੇ ਵੀ ਕੰਮ ਨਹੀਂ ਆਉਂਦੇ। ਸੋ ਇਹਦੀ ਵੇਸਟੇਜ ਹੋਣ ਕਰਕੇ ਜਿਹੜਾ ਹੈ ਇਹ ਪਸ਼ੂ ਸੜਕਾਂ 'ਤੇ ਆਉਂਦੇ ਆ। ਤਾਂ ਇਹਦੇ ਵਾਸਤੇ ਕੁਛ ਨਾ ਕੁਛ ਗੋਲੇ ਵਾਲਾ ਗਊਸ਼ਾਲਾ ਦੇ ਵਿੱਚ ਵੀ ਮੀਟਿੰਗ ਕੀਤੀ ਹੈ ਪਿਛਲੇ ਦਿਨੀ, ਔਰ ਜੇ ਇਹਦੇ 'ਚ ਪਿਛਲੇ ਟਾਈਮਾਂ ਦਾ ਭ੍ਰਿਸ਼ਟਾਚਾਰ ਦੇਖ ਲਿਆ ਜਾਵੇ, ਕਿਉਂਕਿ ਕੋਈ ਵੀ ਵਿਅਕਤੀ ਜਦੋਂ ਤੁਹਾਨੂੰ ਦਾਨ ਦਿੰਦਾ ਤਾਂ ਉਹ ਇਹ ਸੋਚਦਾ ਹੈ ਕਿ ਮੈਂ ਦਾਨ ਉੱਥੇ ਦੇਵਾਂ
ਜਿੱਥੇ ਮੇਰੇ ਦਾਨ ਦੀ ਸਹੀ ਵਰਤੋਂ ਹੋਵੇ। ਪਰ ਪਿਛਲੇ ਸਮੇਂ ਦੌਰਾਨ ਅਸੀਂ ਵੇਖਿਆ ਸਰਕਾਰੀ ਗਊਸ਼ਾਲਾ ਦੇ ਵਿੱਚ ਜਿਹੜੇ ਉੱਥੋਂ ਦੇ ਅਧਿਕਾਰੀ ਹੁੰਦੇ ਸੀ ਜਾਂ ਉੱਥੇ ਕੰਮ ਕਰਨ ਵਾਲੇ ਬੰਦੇ ਸੀ, ਉਹ ਪਸ਼ੂਆਂ ਦਾ ਚਾਰਾ ਵੇਚ ਦਿੰਦੇ ਸੀ, ਤੂੜੀ ਵੇਚ ਦਿੰਦੇ ਸੀ। ਇਹਦੇ ਤੋਂ ਦੁਖੀ ਹੋ ਕੇ ਪਿੰਡਾਂ ਦੇ ਲੋਕਾਂ ਨੇ ਉਹਨਾਂ ਨੂੰ ਜਿਹੜਾ ਤੂੜੀ ਦਾਣਾ ਜਿਹੜਾ ਜਾਂ ਪੱਠੇ ਦੇਣੇ ਬੰਦ ਕਰਤੇ। ਸੋ ਹੁਣ ਸੁਧਾਰ ਕਰ ਰਹੇ ਹਾਂ, ਲਗਾਤਾਰ ਨੌਜਵਾਨਾਂ ਨੂੰ ਪਿੰਡਾਂ 'ਚ ਜੋੜ ਰਹੇ ਹਾਂ, ਕਿਸਾਨਾਂ ਨੂੰ ਜੋੜ ਰਹੇ ਹਾਂ। ਔਰ ਐਤਕੀ ਜਿਹੜੀ ਬਦਕਿਸਮਤੀ ਇਹ ਇੱਕਦਮ ਆ ਗਈ ਕਿ ਤੂੜੀ ਮਹਿੰਗੀ ਬਹੁਤ ਹੋ ਗਈ ਔਰ ਦੂਜਾ ਕਣਕ ਦਾ ਝਾੜ ਘਟ ਗਿਆ। ਕਣਕ ਦਾ ਝਾੜ ਘਟਣ ਦੇ ਨਾਲ ਨਾਲ ਜਿਹੜੀਆਂ ਤੂੜੀ ਵੀ ਘਟੀ ਆ। ਸੋ ਇਸ ਵਾਸਤੇ ਸਾਡੇ ਲਈ ਇਹ 2-4 ਮਹੀਨੇ ਔਖੇ ਆ, ਪਰ ਉਸ ਤੋਂ ਬਾਅਦ ਜਿਹੜਾ ਹੈਗਾ ਪਰਾਲੀ ਆ ਜਾਊਗੀ ਜਾਂ ਹਰੇ ਪੱਠੇ ਬਜਾ ਰਹੇ ਪਿੰਡਾਂ ਦੇ ਵਿੱਚ, ਉਹਦੇ ਵਾਸਤੇ ਵੀ ਪ੍ਰਬੰਧ ਕਰਕੇ ਜਿਵੇਂ ਵੀ ਅਸੀਂ ਸਾਰ ਸਕਦੇ ਹਾਂ, ਜਿਹੜੇ 2-3 ਮਹੀਨੇ 4 ਮਹੀਨੇ ਅਸੀਂ ਲੰਘਾਵਾਂਗੇ, ਉਦੋਂ ਬਾਅਦ ਪੱਕਾ ਪ੍ਰਬੰਧ ਕਰਕੇ ਸਾਰੇ ਪਸ਼ੂਆਂ ਦਾ ਪ੍ਰਬੰਧ ਕਰ ਲਾਂਗੇ। ਜਿਹੜੇ ਨੂੰ ਜਿੱਥੇ ਕੋਈ ਲੋੜ ਹੈ, ਇਹ ਹੋ ਸਕਦਾ ਵੀ ਜੇ ਕਿਤੇ ਦੂਜੀਆਂ ਸਟੇਟਾਂ ਦੇ ਵਿੱਚ ਵੀ ਸਾਨੂੰ ਪਸ਼ੂ ਭੇਜਣ ਦੀ ਲੋੜ ਹੈ ਜਿੱਥੇ ਉਹ ਕੰਮ ਆ ਸਕਦੇ ਕਿਸੇ, ਤਾਂ ਉਹ ਜਿਹੜਾ ਹੈਗਾ ਖੇਤੀ ਦੇ ਲਈ ਜਾਂ ਹੋਰ ਵੀ ਕਿਸੇ ਕੰਮ ਲਈ ਕੰਮ ਆਉਂਦਾ ਪਸ਼ੂ ਤਾਂ ਉੱਥੇ ਭੇਜਾਂਗੇ ਤਾਂ ਕਿ ਪੰਜਾਬ ਦੇ ਲੋਕ ਸੁਖੀ ਹੋ ਸਕਣ। ਸਰ ਇੱਕ ਇਹਦੇ ਵਿੱਚ ਦੇਖਣ ਨੂੰ ਮਿਲਿਆ ਹੈਗਾ ਵੀ ਜਿਹੜੇ ਟੈਗ ਲੱਗੇ ਵਾਲੇ ਵੀ ਪਸ਼ੂ ਅਵਾਰਾ ਫਿਰ ਰਹੇ ਹੈਗੇ ਆ, ਉਹਨਾਂ ਦੀ ਸਾਂਭ ਸੰਭਾਲ ਵੀ ਹੋ ਰਹੀ, ਹਾਦਸਿਆਂ ਦਾ ਕਾਰਨ ਵਾਸਤੇ ਵੱਡਾ ਯੋਗਦਾਨ ਪਾ ਰਹੇ ਆ। ਦੇਖੋ, ਫਰੀਦਕੋਟ ਦੇ ਸ਼ਹਿਰ ਦੇ ਅੰਦਰ 2 ਗਊਸ਼ਾਲਾ ਜਿਹੜੀਆਂ ਹੈਗੀਆਂ ਪੰਚਵਟੀ ਮੰਦਿਰ ਤੇ ਨੰਦਿਆਣਾ ਗੇਟ ਦੇ ਵਿੱਚ ਚੱਲ ਰਹੀਆਂ, ਵਧੀਆ ਸਕਸੈਸਫੁਲ ਚੱਲ ਰਹੀਆਂ। ਉਹਨਾਂ ਨਾਲ ਵੀ ਤਾਲਮੇਲ ਕਰਾਂਗੇ। ਉਹਦੇ ਕਾਰਨ ਕਈ ਹੋ ਜਾਂਦੇ, ਕਈ ਵਾਰੀ ਪਸ਼ੂ ਜਿਹੜੇ ਲੜਦੇ ਝਗੜਦੇ ਵੀ ਹੈ ਅੰਦਰ, ਅਵਾਰਾ ਪਸ਼ੂ ਹੈ, ਖੁੱਲ੍ਹੇ ਰਹਿਣ ਦੇ ਆਦੀ ਹੈ, ਉਹ ਬੰਨੇ ਨਹੀਂ ਰਹਿੰਦੇ, ਕਈ ਵਾਰੀ ਅੰਦਰ ਭਿੜਦੇ ਆ ਜਾਂ ਦੂਜੇ ਪਸ਼ੂਆਂ ਦਾ ਨੁਕਸਾਨ ਕਰਦੇ, ਸਿੰਗ ਮਾਰਦੇ ਆ। ਤਾਂ ਕਈ ਵਾਰੀ ਇਸ ਤਰ੍ਹਾਂ ਦੀ ਵੀ ਕੋਈ ਸਮੱਸਿਆ ਤੇ ਪਤਾ ਕਰਾਂਗੇ। ਜੇਕਰ ਜਾਣ ਬੁੱਝ ਕੇ ਛੱਡੇ ਗਏ ਆ ਤਾਂ ਉਹਨਾਂ ਨੂੰ ਜਿਹੜੇ ਆ ਪ੍ਰਧਾਨ ਜੀ ਨੂੰ ਜਾਂ ਕਮੇਟੀ ਮੈਂਬਰਾਂ ਨੂੰ ਮਿਲਾਂਗੇ ਤਾਂ ਕਿ ਆਪਾਂ ਸ਼ਹਿਰ 'ਚ ਜਿੰਨਾ ਵੀ ਅਸੀਂ ਰਲ ਮਿਲ ਕੇ ਹੱਲ ਕਰ ਸਕਦੇ ਹਾਂ ਉਹ ਕਰਾਂਗੇ। ਕਿਉਂਕਿ ਸਭ ਤੋਂ ਵੱਡੀ ਅੱਜ ਲੋੜ ਆ ਸਾਨੂੰ ਮਨੁੱਖੀ ਜਾਨ ਨੂੰ ਬਚਾਉਣ ਵਾਸਤੇ। ਬਜ਼ੁਰਗ ਆ ਜਿਹੜੇ ਉਹ ਡਰਦੇ ਸੈਰ ਵਾਸਤੇ ਨਹੀਂ ਨਿਕਲਦੇ, ਤਾਂ ਇਹਦੇ ਵਾਸਤੇ ਅਸੀਂ ਜਿੰਨਾ ਵੀ ਕਰ ਸਕਦੇ ਹਾਂ। ਹੁਣ ਦੁਬਾਰਾ ਫਿਰ ਮੀਟਿੰਗ ਕਰਾਂਗੇ। ਉਹ ਸ਼ਹਿਰ ਦੇ ਜਿਹੜੇ ਹੈਗੇ ਆ ਆਪਣੇ ਦਾਨੀ ਸੱਜਣਾਂ ਨਾਲ ਨੂੰ ਵੀ ਬੇਨਤੀ ਕੀਤੀ ਹੈ ਕਿ ਕੁਛ ਸਾਡੀ ਉਹ ਵੀ ਮਦਦ ਕਰਨ, ਕਿਉਂਕਿ ਤੂੜੀ ਵਾਸਤੇ ਜਾਂ ਹੋਰ ਪੈਸੇ ਉੱਥੇ ਪਸ਼ੂ ਲਿਜਾਨੇ ਅਸੀਂ, ਗਊਸ਼ਾਲਾ ਸਾਡੇ ਕੋਲ ਜਗ੍ਹਾ ਹੈਗੀ ਆ, ਪਰ ਉੱਥੇ ਜੇ ਉਹਨਾਂ ਵਾਸਤੇ ਤੂੜੀ ਦਾ ਜਾਂ ਉਹਨਾਂ ਦੇ ਚਾਰੇ ਦਾ ਪ੍ਰਬੰਧ ਨਹੀਂ ਹੁੰਦਾ ਤਾਂ ਪਸ਼ੂ ਭੁੱਖ ਦੇ ਨਾਲ ਮਰਦੇ ਆ, ਤਾਂ ਉਹ ਉਦੋਂ ਵੀ ਮਾੜੀ ਗੱਲ ਹੈ। ਸੋ ਇਸ ਵਾਸਤੇ ਜਿੰਨਾ ਵੀ ਅਸੀਂ ਵੱਧ ਤੋਂ ਵੱਧ ਪਹਿਲਾਂ ਪ੍ਰਬੰਧ ਕਰਾਂਗੇ, ਫਿਰ ਸਾਰੇ ਪਸ਼ੂ ਜਿਹੜੇ ਸੜਕਾਂ ਤੋਂ ਫੜ ਕੇ ਉੱਥੇ ਲੈ ਕੇ ਜਾਵਾਂਗੇ। ਸਰ ਇਹਦੇ ਵਿੱਚ ਸਵਾਲ ਉਠਾਏ ਜਾ ਰਹੇ ਹੈਗੇ ਆ ਸ਼ਹਿਰ ਨਿਵਾਸੀਆਂ ਵੱਲੋਂ ਕਿ ਉਹ ਕਹਿ ਰਹੇ ਹੈਗੇ ਵੀ ਜਿਹੜੇ ਦੁੱਧ ਦੇਣ ਵਾਲੇ ਪਸ਼ੂ ਹੈਗੇ ਆ ਸਿਰਫ ਉਹਨਾਂ ਨੂੰ ਹੀ ਗਊਸ਼ਾਲਾਵਾਂ ਸਾਂਭ ਰਹੀਆਂ ਨੇ, ਜਿਹੜੇ ਅਵਾਰਾ ਪਸ਼ੂ ਹੈਗੇ ਆ ਨਹੀਂ ਤੋਕੜ ਹੈਗੇ ਉਹਨਾਂ ਨੂੰ ਹੀ ਛੱਡ ਰਹੇ ਆ। ਕੀ ਕਾਰਨ ਕੀ ਹੈ ਜੀ? ਦੇਖੋ, ਮਨੁੱਖ ਆ ਜਿਹੜਾ ਦੁਨੀਆ ਦੇ ਉੱਤੇ ਕਈ ਵਾਰੀ ਬਿਜ਼ਨਸ ਮਾਈਂਡਡ ਵੀ ਹੋ ਜਾਂਦਾ, ਤਾਂ ਕਈ ਕਾਰਨ ਆ, ਪਰ ਅਸੀਂ ਆਪਦੇ ਵੱਲੋਂ ਬੈਸਟ ਐਫਰਟ ਕਰਾਂਗੇ। ਅਸੀਂ ਕਿਸੇ ਨੂੰ ਮਾੜਾ ਕਹਿਣ ਦੀ ਬਜਾਏ, ਕਿਉਂਕਿ ਸਾਡੀ ਸਰਕਾਰ ਹੈ, ਅਸੀਂ ਸਾਰਿਆਂ ਨੂੰ ਮਾੜਾ ਕਹੀ ਜਾਈਏ। ਅਸੀਂ ਇਹ 'ਚ ਸੋਧ ਕਰਾਂਗੇ, ਪਿਛਲੀਆਂ ਸਰਕਾਰਾਂ ਦੀਆਂ ਗਲਤੀਆਂ ਦੂਰ ਕਰਾਂਗੇ, ਉੱਥੇ ਇਮਾਨਦਾਰ ਬੰਦਿਆਂ ਨੂੰ ਬਿਠਾਵਾਂਗੇ। ਸਾਡੇ ਕੋਲ ਸਰਕਾਰੀ ਗਊਸ਼ਾਲਾ ਹੈਗੀ ਆ, ਕਿਉਂਕਿ ਉਹ ਸੰਸਥਾਵਾਂ ਦੀਆਂ ਗਊਸ਼ਾਲਾ ਉਹਨਾਂ ਨੇ ਆਪਦੇ ਜਿਹੜੇ ਉਹਨਾਂ ਦੇ ਉੱਥੇ ਪ੍ਰਬੰਧਕ ਨੇ ਜਾਂ ਲੋਕਾਂ ਦੇ ਲਈ ਬਿਮਾਰ ਬੱਚਿਆਂ ਲਈ ਦੁੱਧ ਦਾ ਪ੍ਰਬੰਧ ਕਰਦੇ ਆ, ਉਹ ਉਹਨਾਂ ਨੂੰ ਪਤਾ ਕਿਵੇਂ ਕੀ ਹੁੰਦਾ। ਪਰ ਅਸੀਂ ਆਪਦੀ ਜਿਹੜੀ ਸਰਕਾਰੀ ਗਊਸ਼ਾਲਾ ਉਹ 'ਚ ਸੁਧਾਰ ਕਰਕੇ ਉੱਥੇ ਜਿਹੜਾ ਹੈਗਾ ਸਭ ਤੋਂ ਵੱਧ ਪਸ਼ੂਆਂ ਦੀ ਸਾਂਭ ਸੰਭਾਲ ਕਰਾਂਗੇ ਤਾਂ ਕਿ ਉਹ ਆਪਦਾ ਜਿਹੜਾ ਬਚਦਾ ਜੀਵਨ ਉੱਥੇ ਨਿਰਵਾਹ ਸਕਣ। ਪਰ ਇੱਕ ਇਹਨਾਂ ਨੇ ਜਿਹੜੀ ਹੈਗੇ ਸ਼ਹਿਰ ਨਿਵਾਸੀ ਉਹਨਾਂ ਨੇ ਗਊਸ਼ਾਲਾਵਾਂ ਨੂੰ ਡੈਰੀ ਦਾ ਰੂਪ ਦਿੱਤਾ ਹੈਗਾ, ਵੀ ਡੈਰੀ ਦਾ ਧੰਦਾ ਬਣਾਇਆ ਵਾ, ਇਹਦੇ ਵਿੱਚ ਕੀ ਕਹਿਣਾ ਚਾਹੁੰਦੇ? ਦੇਖੋ, ਹੁਣ ਉੱਥੇ ਵੀ ਪਤਾ ਕਰ ਲਾਂਗੇ ਕੀ ਹੋ ਰਿਹਾ, ਪਰ ਅਸੀਂ ਇਹ ਚਾਹੁੰਦੇ ਹਾਂ ਵੀ ਅਸੀਂ ਜੋ ਕਰ ਸਕਦੇ ਹਾਂ ਐਫਰਟ। ਕੋਈ ਬੰਦਾ ਕੀ ਕਰ ਰਿਹਾ, ਕੋਈ 1000-2000 ਪਸ਼ੂ ਤਾਂ ਉਹ ਗਊਸ਼ਾਲਾ ਵਾਲੇ ਸਾਂਭ ਹੀ ਰਹੇ ਆ, ਤਾਂ ਉਹਦੇ 'ਚ ਦੇਖ ਲਾਂਗੇ ਵੀ ਜੇ ਕੋਈ ਜ਼ਿਆਦਾ ਲੱਗਦਾ ਵੀ ਯਾਰ ਬਿਜ਼ਨਸਮੈਨ ਇਕੱਠੇ ਹੋ ਗਿਆ ਤਾਂ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਵੀ ਕੁਛ ਜਿਹੜੇ ਉਹ ਪਸ਼ੂ ਵੀ ਸਾਂਭੋ ਜਿਨ੍ਹਾਂ ਨੂੰ ਸਾਂਭਣ ਦੀ ਸਾਡੀ ਜ਼ਰੂਰਤ ਬਣਦੀ ਹੈ ਜਾਂ ਸਾਡੀ ਡਿਊਟੀ ਬਣਦੀ। ਜਿਹੜੇ ਅਵਾਰਾ ਪਸ਼ੂ ਫਿਰ ਰਹੇ ਹੈਗੇ ਆ, ਗਊਆਂ ਫਿਰ ਰਹੇ ਹੈਗੇ ਆ, ਉਹਦੇ ਵਿੱਚ ਕੀ ਐਕਟ ਕੀ ਹੈਗਾ ਜੀ, ਕਿਸ ਤਰ੍ਹਾਂ ਇਹਦੇ ਹੈਗੇ ਜੀ, ਸਰਕਾਰ ਵੱਲੋਂ ਕੀ ਹਦਾਇਤਾਂ ਦਿੱਤੀਆਂ ਜਾ ਰਹੀਆਂ? ਦੇਖੋ, ਅਵਾਰਾ ਪਸ਼ੂ ਤੇ ਬੇਸਹਾਰਾ ਪਸ਼ੂ ਇਹ ਇਕੱਲੇ ਪੰਜਾਬ ਦੀ ਨਹੀਂ, ਸਾਰੇ ਹਿੰਦੁਸਤਾਨ ਦੀ, ਭਾਰਤ ਦੀ ਬੜੀ ਗੰਭੀਰ ਸਮੱਸਿਆ ਹੈ। ਕਿਉਂਕਿ ਅਵਾਰਾ ਪਸ਼ੂ ਐਕਸੀਡੈਂਟਾਂ ਦਾ ਕਾਰਨ ਬਣਦੇ ਹੈ ਔਰ ਇਹਦੇ ਨਾਲ ਕਈ ਜਾਨੀ ਮਾਲੀ ਨੁਕਸਾਨ ਵੀ ਹੁੰਦਾ ਹੈ। ਅਸੀਂ ਪਿਛਲੇ ਸਮੇਂ ਦੇਖ ਰਹੇ ਹਾਂ ਕਈਆਂ ਲੋਕਾਂ ਦੇ ਜਾਨੀ ਨੁਕਸਾਨ ਬਹੁਤ ਹੋਇਆ ਹੈ, ਐਕਸੀਡੈਂਟ ਵੀ ਬਹੁਤ ਜ਼ਿਆਦਾ ਹੋਏ ਹੈ ਔਰ ਮਾਲੀ ਨੁਕਸਾਨ ਇਹ ਹੋ ਰਿਹਾ ਕਿ ਫਸਲਾਂ ਨੂੰ ਵੀ ਇਹ ਆਮ ਜਿਹੜੇ ਹੈ ਕਾਫੀ ਨੁਕਸਾਨ ਪਹੁੰਚਾਉਂਦੇ ਹੈ। ਇਸੇ ਕਰਕੇ ਪੰਜਾਬ ਦੇ ਜ਼ਿਮੀਂਦਾਰ ਜਾਂ ਭਾਰਤ ਦੇ ਜ਼ਿਮੀਂਦਾਰ ਉਹ ਇਸ ਗੱਲ ਦੀ ਰਾਖੀ ਕਰਦੇ ਆ ਕਿ
ਉਹਨਾਂ ਦੀ ਜੋ ਬਣੀਆਂ ਬਣਾਈਆਂ ਫਸਲਾਂ ਤਿਆਰ ਹੋ ਜਾਂਦੀਆਂ ਤਾਂ ਹੇਠ ਦਾ ਹੇਠ ਜਿਹੜਾ ਹੈ ਫਸਲਾਂ ਨੂੰ ਨੁਕਸਾਨ ਕਰ ਜਾਂਦਾ ਹੈ। ਤਾਂ ਸਰਕਾਰ ਨੂੰ ਇਹਨਾਂ ਬਾਰੇ ਕੁਛ ਨਾ ਕੁਛ ਹੱਲ ਲੱਭਣਾ ਚਾਹੀਦਾ ਹੈ, ਭਾਵੇਂ ਕਿ ਇਹਨਾਂ ਅਵਾਰਾ ਪਸ਼ੂਆਂ ਦੀ ਖਾਸ ਕਰਕੇ ਜੋ ਗੋਵੰਸ਼ ਹੈ ਇਹਨਾਂ ਨਾਲ ਸਾਡੇ ਲੋਕਾਂ ਦੀ ਧਾਰਮਿਕ ਭਾਵਨਾ ਜੁੜੀਆਂ ਹੋਈਆਂ, ਲੇਕਿਨ ਫਿਰ ਵੀ ਸਰਕਾਰ ਨੂੰ ਇਹਦਾ ਹੱਲ ਇਹ ਲੱਭਣਾ ਚਾਹੀਦਾ ਹੈ ਕਿ ਜਿਵੇਂ ਗਊਸ਼ਾਲਾਵਾਂ ਖੋਲ੍ਹੀਆਂ ਹਨ ਜਾਂ ਤਾਂ ਇਹਨਾਂ ਨੂੰ ਗਊਸ਼ਾਲਾ ਵਿੱਚ ਭੇਜਿਆ ਜਾਵੇ, ਪਰ ਪ੍ਰੋਬਲਮ ਉੱਥੇ ਹੈ ਕਿ ਜਿਹੜੇ ਇਹ ਹਾਈਬ੍ਰਿਡ ਟੱਠੇ ਜਿਹੜੇ ਹੈ ਇਹਨਾਂ ਨੂੰ ਸਾਂਭਣ ਦਾ ਕੋਈ ਸਰਕਾਰ ਉਪਰਾਲਾ ਨਹੀਂ ਕਰ ਰਹੀ। ਸਰਕਾਰ ਗਊ ਵਾਸਤੇ ਪ੍ਰਤੀ ਗਊਸ਼ਾਲਾ ਨੂੰ 10 20 50 ਜੋ ਉਹਨਾਂ ਦਾ ਰੇਟ ਹੈ ਉਹਨੂੰ ਦਿੰਦੀ ਰਹਿੰਦੀ ਹੈ, ਲੇਕਿਨ ਇਸ ਤਰ੍ਹਾਂ ਦੇ ਇਹ ਪਸ਼ੂ ਸਾਹਮਣੇ ਬੜੇ ਔਖੇ ਹੈ। ਔਰ ਪਿਛਲੇ ਸਮੇਂ ਤੋਂ ਇਹ ਸਮੱਸਿਆ ਬੜੀ ਗੰਭੀਰ ਹੋਈ, ਇਹ ਇਸ ਤਰ੍ਹਾਂ ਦੀ ਹੋਈ ਹੈ ਕਿ ਹਿੰਦ ਪਾਕ ਦੇ ਬਾਰਡਰ ਤੇ ਜਿਹੜੀ ਵਾਇਰ ਲਾਈ ਗਈ ਹੈ ਉਹ ਵੈਸੇ ਤਾਂ ਡਿਫੈਂਸ ਦੇ ਤੌਰ ਤੇ ਲਾਈ ਗਈ ਸੀ, ਲੇਕਿਨ ਜਦੋਂ ਦੀ ਉਹ ਵਾੜ ਲਾਈ ਗਈ ਹੈ ਉਹਦੇ ਨਾਲ ਜਿਹੜੇ ਸਾਡੇ ਅਵਾਰਾ ਪਸ਼ੂ ਸੀ ਉਹ ਉੱਧਰ ਭੇਜ ਦਿੱਤੇ ਜਾਂਦੇ ਸੀਗੇ ਔਰ ਮੁਹੰਮਡਨ ਕੰਟਰੀ ਹੋਣ ਕਰਕੇ ਉਹ ਆਪਦਾ ਇਸਤੇਮਾਲ ਇਹਨੂੰ ਕਰਦੇ ਸੀਗੇ। ਲੇਕਿਨ ਇਸ ਦਾ ਇਹ ਮਤਲਬ ਨਹੀਂ ਕਿ ਭਾਰਤ ਦੇ ਵਿੱਚ ਇਸ ਤਰ੍ਹਾਂ ਦੇ ਕੋਈ ਬੁੱਚੜਖਾਨੇ ਜਾਂ ਸਲਾਟਰ ਹਾਊਸ ਨਹੀਂ ਹਨ। ਤੁਸੀਂ ਬੰਗਾਲ, ਬਿਹਾਰ, ਯੂਪੀ ਦੇ ਵਿੱਚ ਇਸ ਤਰ੍ਹਾਂ ਦੇ ਸਲਾਟਰ ਹਾਊਸ ਬਹੁਤ ਲੱਗੇ ਹੋਏ ਹੈ, ਬਸ਼ਰਤ ਕਿ ਉਹਨਾਂ ਨੇ ਇਹ ਕੰਡੀਸ਼ਨ ਹੈ ਕਿ ਗਊ ਵੰਸ਼ 'ਤੇ ਇਹ ਪਾਬੰਦੀ ਹੈ। ਸਵਾਲ ਇਹ ਹੈ ਕਿ ਜਿਹੜੇ ਅਵਾਰਾ ਟੱਠੇ ਫਿਰਦੇ ਹੈ ਉਹਨਾਂ ਦਾ ਕੀ ਕੀਤਾ ਜਾਵੇ। ਤਾਂ ਇਹ ਸਰਕਾਰ ਬਾਰੇ ਇਹਨਾਂ ਨੂੰ ਇਹਦੇ ਬਾਰੇ ਕੋਈ ਗੰਭੀਰ ਯਤਨ ਕਰਨਾ ਚਾਹੀਦਾ ਤਾਂ ਜੋ ਕਿ ਜਾਨੀ, ਮਾਲੀ, ਫਸਲੀ ਔਰ ਲੋਕਾਂ ਦਾ ਜੋ ਨੁਕਸਾਨ ਹੋ ਰਿਹਾ ਹੈ, ਬੜੇ ਬੜੇ ਕੇਸ ਇੰਸੀਡੈਂਟ ਇਸ ਤਰ੍ਹਾਂ ਦੇ ਹੋ ਜਾਂਦੇ ਹੈ ਕਿ ਇਹਦੇ ਬਾਰੇ ਬੰਦਾ ਕੇਸ ਕਰੇ ਤਾਂ ਕਿਹਦੇ ਕਰੇ, ਕਿਉਂਕਿ ਅਵਾਰਾ ਪਸ਼ੂ ਹੈ। ਕਿਸੇ ਕੁੱਤੇ 'ਤੇ ਵੀ ਬੰਦਾ ਜੇ ਪਾਲਤੂ 'ਤੇ ਕਰਦਾ ਤਾਂ ਕੇਸ ਹੋ ਜਾਂਦਾ ਹੈ, ਲੇਕਿਨ ਇਹ ਕਿਉਂਕਿ ਇਹ ਅਵਾਰਾ ਹੋਣ ਦੇ ਨਾਤੇ ਇਹਨਾਂ 'ਤੇ ਕੋਈ ਕੇਸ ਨਹੀਂ ਹੋ ਸਕਦਾ। ਲੀਗਲ ਪੁਆਇੰਟ ਆਫ 'ਤੇ ਵੀ ਅਸੀਂ ਇਹ ਬੰਦਾ ਚੁੱਪ ਹੋ ਜਾਂਦਾ ਹੈ। ਜੇਕਰ ਬੰਦਾ ਇਹਨਾਂ ਦੇ ਖਿਲਾਫ ਵੈਸੇ ਕਾਰਵਾਈ ਕਰੇ ਤਾਂ ਕੁਝ ਸੰਗਠਨ ਜਿਹੜੇ ਹੈ, ਹਿੰਦੂਵਾਦੀ ਸੰਗਠਨ ਜਿਹੜੇ ਹੈ ਉਹ ਇਕੱਠੇ ਹੋ ਜਾਂਦੇ ਹੈ, ਤਾਂ ਉਹ ਇਕੱਠੇ ਹੋ ਕੇ ਇਸ ਗੱਲ ਨੂੰ ਧਾਰਮਿਕ ਭਾਵਨਾ ਤੌਰ ਤੇ ਭੜਕਾਉਣ ਦੀ ਕੋਸ਼ਿਸ਼ ਕਰਦੇ। ਤਾਂ ਸਰਕਾਰ ਨੂੰ ਇਸ ਗੱਲ ਨੂੰ ਬੈਲੈਂਸ ਨੂੰ ਰੱਖਦੇ ਹੋਏ ਇਹ ਸਾਰਾ ਮਸਲਾ ਹੱਲ ਕਰਨਾ ਚਾਹੀਦਾ ਹੈ ਤਾਂ ਜੋ ਕਿ ਸਾਡਾ ਇਸ ਤਰ੍ਹਾਂ ਦਾ ਨੁਕਸਾਨ ਨਾ ਹੋ ਸਕੇ। ਸਰ ਦੇਖਣ ਦੇ ਵਿੱਚ ਆਇਆ ਵੀ ਇੱਕ ਜਿਹੜੇ ਅਵਾਰਾ ਪਸ਼ੂ ਹੈਗੇ ਆ ਇਹਨਾਂ ਦੇ ਤਾਂ ਟੈਗ ਲੱਗੇ ਹੋਏ ਹੈਗੇ ਆ, ਹਰ ਜਿਹੜੀਆਂ ਜਿਸ ਤਰ੍ਹਾਂ ਸਰਕਾਰ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਹੈਗੀਆਂ ਨੇ ਇਹਨਾਂ ਦੇ ਟੈਗ ਲਾਏ ਗਏ ਆ ਗਊਸ਼ਾਲਾਵਾਂ ਦੇ ਵਿੱਚ ਹੀ, ਪਰ ਜਿਹੜੀਆਂ ਹੈਗੀਆਂ ਕੁਝ ਗਊਆਂ ਟੈਗ ਲੱਗਣ ਦੇ ਬਾਵਜੂਦ ਵੀ ਬਾਹਰ ਨਿਕਲ ਰਹੀਆਂ ਨੇ। ਕੋਈ ਹੈ ਕੋਈ ਕਾਰਵਾਈ ਇਹਨਾਂ ਤੇ ਕੀਤੀ ਜਾਵੇ, ਕੋਈ ਐਕਟ ਦੇ ਵਿੱਚ ਹੈ? ਦੇਖੋ ਸਰਕਾਰ ਨੂੰ ਇਹਨਾਂ ਬਾਰੇ ਵੀ ਕਾਰਵਾਈ ਕਰਨੀ ਚਾਹੀਦੀ ਹੈ, ਕਿਉਂਕਿ ਜਦੋਂ ਅਵਾਰਾ ਪਸ਼ੂ ਬੇਸਹਾਰਾ ਪਸ਼ੂ ਹੈ, ਪਸ਼ੂ ਤੇ ਬੰਦੇ 'ਚ ਇਹੀ ਫਰਕ ਹੈ ਕਿ ਉਹਨੂੰ ਜੇ ਅਵਾਰਾ ਛੱਡਿਆ ਤਾਂ ਉਹਦਾ ਕਿਉਂ ਕਾਰਨ ਕੀ ਹੈ। ਉਹਦੇ ਪਿੱਛੇ ਸਰਕਾਰ ਨੂੰ ਕੁਛ ਨਾ ਕੁਛ, ਕਿਉਂਕਿ ਉਹਨੇ ਨੁਕਸਾਨ ਪਹੁੰਚਾਉਣਾ ਹੈ। ਹੁਣ ਜੇ ਉਹਨਾਂ ਦੀ ਜਿਹੜੀ ਹੈ ਸਾਡੇ ਇਲਾਕੇ ਦੇ ਵਿੱਚ ਭੀੜ ਹੈਗਾ ਜਾਂ ਤਾਂ ਉਹਨਾਂ ਨੂੰ ਉੱਥੇ ਛੱਡਿਆ ਜਾਵੇ ਔਰ ਜਾਂ ਗਊਸ਼ਾਲਾ ਹੈਗੀਆਂ, ਪਰ ਗਊਸ਼ਾਲਾ ਦੀ ਵੀ ਇਹ ਮਜਬੂਰੀ ਹੈ। ਜਿਵੇਂ ਸਾਡੇ ਕੋਟਕਪੂਰੇ ਵਿੱਚ 2-3 ਗਊਸ਼ਾਲਾ ਹੈਗੀਆਂ, ਉਹਨਾਂ ਦੀ ਓਵਰ ਕੈਪੈਸਿਟੀ ਹੈ, ਉਹਨਾਂ ਤੋਂ ਸਾਹਮਣਾ ਬੜਾ ਮੁਸ਼ਕਿਲ ਹੋਇਆ ਪਿਆ। ਹਾਲਾਂਕਿ ਉਹਨਾਂ ਨੂੰ ਸਰਕਾਰੀ ਫੰਡ ਵੀ ਆਉਂਦਾ ਹੈ ਔਰ ਆਮ ਲੋਕ ਵੀ ਪੇੜਾ, ਰੋਟੀ, ਪੱਠੇ ਪਾ ਕੇ ਆਉਂਦੇ ਆ ਵਾਰ 'ਤੇ, ਇਸ ਦੇ ਬਾਵਜੂਦ ਵੀ ਉਹ ਓਵਰ ਕਰਾਊਡਡ ਹੈ। ਤਾਂ ਇਹ ਸਾਰੀ ਸਮੱਸਿਆ ਇਹ ਇਕੱਲੇ ਪੰਜਾਬ ਦੀ ਜਾਂ ਆਪਣੇ ਲੋਕਲ ਦੀ ਸਮੱਸਿਆ ਨਹੀਂ ਹੈਗੀ ਹੈ, ਇਹ ਸਮੱਸਿਆ ਬੜੀ ਹੈ, ਭਾਰਤ ਦੀ ਗੰਭੀਰ ਸਮੱਸਿਆ ਹੈ। ਲੇਕਿਨ ਇਹਦੇ ਵਿੱਚ ਪੋਲੀਟੀਕਲ ਪਾਰਟੀਆਂ ਖਾਸ ਕਰਕੇ ਜਿਹੜੀਆਂ ਰਾਈਟ ਜਥੇਬੰਦੀਆਂ ਉਹ ਰਾਜਨੀਤੀ ਕਰ ਰਹੀਆਂ। ਸਰ ਇਹਦੇ ਵਿੱਚ ਕੀ ਕਾਨੂੰਨ ਦੇ ਵਿੱਚ ਕੀ ਹੈਗਾ ਵੀ ਮਤਲਬ ਕਿ ਜੇ ਕਿਸੇ ਕਿਸਾਨ ਨੇ ਜਾਂ ਕਿਸੇ ਨੇ ਗਊਸ਼ਾਲਾ ਦੇ ਵਿੱਚ ਪਸ਼ੂ ਛੱਡਣਾ ਹੋਵੇ ਉਹ ਕੀ ਕਰਨਾ ਚਾਹੀਦਾ? ਦੇਖੋ ਕਿਸਾਨ ਉਸੇ ਪਸ਼ੂ ਨੂੰ ਛੱਡੂਗਾ ਜਿਹੜਾ ਕੋਈ ਉਹਦੇ ਕੰਮ ਨਹੀਂ ਆਉਂਦਾ। ਹੁਣ ਮਾਡਰਨ ਖੇਤੀ ਹੋ ਰਹੀ ਹੈ, ਟਰੈਕਟਰ ਨਾਲ ਹੋ ਰਹੀ ਹੈ। ਕਿਸੇ ਟਾਈਮ ਤੇ ਅੱਜ ਤੋਂ 50-60 ਸਾਲ ਪਹਿਲਾਂ ਦੀ ਜ਼ਰੂਰਤ ਸੀਗੀ, ਬਲਦਾਂ ਨੂੰ ਘਿਓ ਵੀ ਪਿਆਇਆ ਜਾਂਦਾ ਸੀਗਾ ਔਰ ਬਕਾਇਦਾ ਪਾਲੇ ਜਾਂਦੇ ਸੀਗੇ। ਫਿਰ ਹੌਲੀ ਹੌਲੀ ਜਿਵੇਂ ਟਰੈਕਟਰ ਆ ਗਏ, ਖੇਤੀਬਾੜੀ ਦੇ ਸੰਦ ਨਵੇਂ ਆ ਗਏ, ਤਾਂ ਕੱਲਾ ਇੱਕ ਗੱਡਾ ਰਹਿ ਗਿਆ ਪੱਠੇ ਲਾਉਣ ਵਾਸਤੇ। ਫਿਰ ਉਹ ਵੀ ਹੁਣ ਨਹੀਂ ਲਿਆਉਂਦੇ ਤਾਂ ਉਹ ਵੀ ਛੱਡਤਾ ਉਹਨਾਂ ਨੇ। ਉਹ ਵੀ ਛੱਡਣ ਜਾਂਦੇ ਤਾਂ ਉਹ 9 ਮਿੰਟ ਦੀ ਪਰਚੀ ਕੱਟਦੇ ਤੇ ਉਹਨੂੰ ਦੇ ਆਉਂਦੇ। ਲੇਕਿਨ ਉਹਨਾਂ ਦੀ ਵੀ ਕੋਸ਼ਿਸ਼ ਹੁੰਦੀ ਹੈ ਕਿ ਇੱਥੇ ਨਾ ਆਵੇ। ਔਰ ਇਸ ਦੇ ਬਾਵਜੂਦ ਵੀ ਜਦੋਂ ਪਸ਼ੂ ਬਿਮਾਰ ਹੋ ਜਾਂਦਾ ਹੈ ਤੇ ਉਹਨਾਂ ਨੂੰ ਬੜੀ ਪ੍ਰੋਬਲਮ ਆਉਂਦੀ ਹੈ। ਸਾਨੂੰ ਤਾਂ ਇਹ ਵੀ ਪਤਾ ਲੱਗਿਆ ਕਿ ਕਈ ਪਸ਼ੂ ਬਿਮਾਰ ਹੋ ਜਾਂਦੇ ਹੈ ਤਾਂ ਉਹਨਾਂ ਨੂੰ
ਉਹ ਮਤਲਬ ਕਿ 2 ਨੰਬਰ ਦੇ ਤੌਰ ਤੇ ਉਹਨੂੰ ਵੇਚ ਦਿੰਦੇ, ਉਹਨਾਂ ਦਾ ਮਾਸ ਵਗੈਰਾ ਕੰਮ ਹੁੰਦਾ। ਕਿਉਂਕਿ ਦੁਨੀਆ ਦੀ ਕੋਈ ਚੀਜ਼ ਇਸ ਤਰ੍ਹਾਂ ਦੀ ਨਹੀਂ ਹੈਗੀ ਜਿਹੜੀ ਕਿ ਕੰਮ ਨਾ ਆ ਸਕੇ, ਕੋਈ ਚੀਜ਼ ਨਹੀਂ ਇਸਦੀ। ਤੇ ਇਸ ਦਾ ਵੀ ਜਿਹੜਾ ਮਾਸ ਹੈ, ਹੱਡ ਹੈ, ਖੱਲ ਹੈ, ਸਾਰੀ ਚੀਜ਼ ਕੰਮ ਹੁੰਦੀ ਹੈ। ਔਰ ਅਸੀਂ ਪੁਰਾਣਾ ਵੇਖਦੇ ਸੀ ਹੱਡਾਂ ਰੋੜੀਆਂ ਤੇ ਇਸ ਤਰ੍ਹਾਂ ਦੇ ਬੜੇ ਪਸ਼ੂ ਹੁੰਦੇ ਸੀਗੇ ਜੋ ਮਰ ਜਾਂਦੇ ਸੀ, ਔਰ ਖਾਸ ਇੱਕ ਕਮਿਊਨਿਟੀ, ਇੱਕ ਕਲਾਸ, ਇੱਕ ਕਾਸਟ ਜਿਹੜੀ ਸੀ ਉਹ ਜਾ ਕੇ ਇਹਨਾਂ ਨੂੰ ਲੈ ਕੇ ਆਉਂਦੀ ਸੀ, ਚੁਕਾਉਂਦੇ ਸੀ, ਚੁਕਾਉਣ ਵਾਲਾ ਪੈਸੇ ਦਿੰਦਾ ਸੀ ਤੇ ਹੱਡਾਂ ਰੋੜੀ ਤੇ ਜਾ ਕੇ ਇਹਨਾਂ ਦਾ ਬਕਾਇਦਾ ਚਮ ਉਧੇੜ ਕੇ ਤੇ ਉਹਦੇ, ਕਿਉਂਕਿ ਦੇਖੋ ਆਪਣੇ ਜੁੱਤੀਆਂ ਕਿੱਥੋਂ ਬਣਦੀਆਂ, ਜਿਹੜੀ ਹੱਡੀਆਂ ਬਣਦੀਆਂ ਉਹ ਕਿੱਥੋਂ ਆ ਰਹੀਆਂ, ਫਾਸਫੋਰਸ ਸਾਨੂੰ ਮਿਲਦਾ ਹੈ ਔਰ ਦਵਾਈਆਂ ਤੇ ਕੰਮ ਆਉਂਦੀਆਂ ਜਿਹੜੀਆਂ ਪੈਸਟੀਸਾਈਡ ਵਗੈਰਾ ਤੇ। ਤਾਂ ਇਹ ਸਾਰੇ ਚੀਜ਼ ਕੰਮ ਆਉਣ ਵਾਲੀ ਚੀਜ਼ ਹੈ, ਲੇਕਿਨ ਅਸੀਂ ਇਸ ਏਡੇ ਵੱਡੇ ਧਨ ਨੂੰ ਬਿਲਕੁਲ ਮਤਲਬ ਕਿ ਨਾ ਬੇਕਾਰ ਕੀਤਾ ਹੋਇਆ ਸਿਰਫ ਧਾਰਮਿਕ ਭਾਵਨਾ ਕਰਕੇ। ਸਰ ਇੱਕ ਜਿਹੜੇ ਹਾਦਸੇ ਹੋ ਰਹੇ ਆ ਲਗਾਤਾਰ, ਕਈਆਂ ਦੀਆਂ ਇਨਸਾਨਾਂ ਦੀਆਂ ਜਾਨਾਂ ਵੀ ਜਾ ਰਹੀਆਂ, ਇਹਦੇ ਵਿੱਚ ਆਪਾਂ ਕਸੂਰਵਾਰ ਕਿਹਨੂੰ ਮੰਨ ਸਕਦੇ ਹਾਂ? ਦੇਖੋ ਜੀ, ਇਹਦੇ ਸਿੱਧਾ ਕਸੂਰਵਾਰ ਮਿਊਨਿਸਪੈਲਿਟੀ, ਪੰਜਾਬ ਸਰਕਾਰ ਔਰ ਜਿਹੜੀ ਸਰਕਾਰ ਜਿੱਥੇ ਤੇ ਪਸ਼ੂ ਹੈਗੇ ਹੈ ਉਹ ਡਾਇਰੈਕਟ ਜ਼ਿੰਮੇਵਾਰ ਹੈ। ਪਲੱਸ ਲੋਕ ਵੀ ਜ਼ਿੰਮੇਵਾਰ ਹੈ। ਲੋਕ ਇਸ ਤਰ੍ਹਾਂ ਜ਼ਿੰਮੇਵਾਰ ਹੈ ਕਿ ਉਹ ਲੋਕਾਂ ਦੀ ਧਾਰਮਿਕ ਭਾਵਨਾ ਜੁੜੇ ਹੋਣ ਕਰਕੇ ਇਹਨਾਂ ਨੂੰ ਗਾਹੇ ਬਗਾਹੇ ਅਸੀਂ ਪੀੜਾ ਵੀ ਦਿੰਦੇ ਹਾਂ, ਪੱਠੇ ਵੀ ਪਾਉਂਦੇ ਹਾਂ ਔਰ ਡੰਡਾ ਮਾਰ ਕੇ ਅਗਲੇ ਦੇ ਕਰ ਦਿੰਦੇ ਹਾਂ। ਤਾਂ ਗਲੀਆਂ ਤੁਸੀਂ ਮੰਨੋਗੇ ਕਿ ਮੋਕ ਨਾਲ ਭਰੀਆਂ ਰਹਿੰਦੀਆਂ ਤੇ ਲੇਕਿਨ ਇਸ ਬਾਰੇ 'ਚ ਬੋਲਦਾ ਕੋਈ ਨਹੀਂ। ਸਾਨੂੰ ਇਸ ਬਾਰੇ ਬੋਲਣਾ ਪੈਣਾ। ਜੇ ਅਸੀਂ ਨਾ ਬੋਲੇ ਤਾਂ ਜਾਨੀ ਮਾਲੀ ਸਾਡੇ ਬਹੁਤ ਨੁਕਸਾਨ ਹੋ ਰਿਹਾ ਹੈ। ਛੋਟੇ ਛੋਟੇ ਬੱਚਿਆਂ ਦੇ, ਬਜ਼ੁਰਗਾਂ ਦੇ ਕਈ ਵਾਰੀ ਸਿੰਘਾਂ ਦੇ ਪੇਟ ਪਾੜੇ ਗਏ ਹੈ ਇਹ ਮਾਰ ਕੇ ਇਹਨਾਂ ਨੂੰ, ਔਰ ਹੋਰ ਨੁਕਸਾਨ ਹੋਣ ਦੀ ਸੰਭਾਵਨਾ ਵੀ ਹੈ। ਔਰ ਖਾਸ ਕਰਕੇ ਜਿਹੜੇ ਹਾਈਬ੍ਰਿਡ ਢੱਠੇ ਜਿਹੜੇ ਤੁਰੇ ਫਿਰਦੇ ਹੈ, ਜਸਟ ਲਾਈਕ ਇਹ ਪੂਰਾ ਆਪਣੇ ਆਪ 'ਚ ਇੱਕ ਸੋਰਸ ਹੈ ਬਹੁਤ ਵੱਡਾ, ਤੇ ਇਹਨਾਂ ਨੂੰ ਕੋਈ ਇਸਤੇਮਾਲ ਨਹੀਂ ਕਰੀ ਸਰਕਾਰ। ਇਹ ਬਹੁਤ ਮਾੜੀ ਗੱਲ ਹੈ। ਜਿਸ ਤਰ੍ਹਾਂ ਤੁਸੀਂ ਕਿਹਾ ਹੈਗਾ ਵੀ ਗਊਸ਼ਾਲਾ ਦੇ ਜਿਹੜੇ ਹੈਗੇ ਗਊਆਂ ਛੱਡ ਕੇ ਆਉਂਦੇ ਆ, ਉਸ ਦੇ ਬਾਵਜੂਦ ਕਿਉਂ ਛੱਡ ਦਿੰਦੇ ਆ ਉਹ? ਕਿਉਂ ਰੋਡ ਦੇ ਉੱਪਰ ਦੁਬਾਰਾ ਫਿਰ ਆ ਜਾਂਦੇ ਆ? ਦੇਖੋ ਇਸ ਤਰ੍ਹਾਂ ਹੈ ਕਿ ਗਊਸ਼ਾਲਾਵਾਂ ਦੀ ਜਿਹੜੀ ਕਮੇਟੀਆਂ ਹੈ ਉਹ ਮੋਸਟਲੀ ਜਿਹੜੀ ਆ ਦੁੱਧ ਦੇਣ ਵਾਲੀ ਗਊਆਂ ਹੈ ਉਹਨਾਂ ਨੂੰ ਰੱਖਦੇ ਹੈ, ਦੂਜੀਆਂ ਘੱਟ ਹੁੰਦੀਆਂ। ਤਾਂ ਸਾਡਾ ਸਵਾਲ ਇਹ ਹੈ ਕਿ ਜਦੋਂ ਉਹਨਾਂ ਨੂੰ ਦਾਨ ਦੇ ਪੈਸੇ ਮਿਲਦੇ ਹੈ ਉਹਦੇ ਵਿੱਚ ਤੂੜੀ ਪੱਠੇ ਲਿਆਉਂਦੇ, ਔਰ ਇੱਕ ਪਾਸੇ ਦਾਨ ਲੋਕ ਆਪ ਵੀ ਜਾ ਕੇ ਪੱਠੇ ਪਾ ਕੇ ਆਉਂਦੇ ਹੈ, ਠੀਕ ਹੈ। ਕੋਈ ਮੱਸਿਆ, ਕੋਈ ਤਿਉਹਾਰ, ਕੋਈ ਵੀ ਜਦੋਂ ਵੀ ਆਉਂਦਾ ਹੈ ਤਾਂ ਉਹਨਾਂ ਨੇ ਦੁੱਧ ਵਾਲੇ ਗਊਆਂ ਰੱਖੀ ਜਦੋਂ, ਔਰ ਦੁੱਧ ਵੇਚਦੇ ਆ। ਦੁੱਧ ਵੇਚਣਾ ਤੇ ਗਊਸ਼ਾਲਾ ਦੇ ਵਿੱਚ ਅੰਤਰ ਹੈ। ਦੁੱਧ ਦਾ ਜਿੱਥੇ ਕੰਮ ਹੈ ਤੇ ਡੈਰੀ ਦਾ ਕੰਮ ਹੈ। ਕਿ ਗਊਸ਼ਾਲਾ ਡੈਰੀਆਂ ਕਿ ਡੈਰੀ ਦਾ ਕੰਮ ਵੀ ਕਰ ਰਹੀ ਹੈ, ਔਰ ਉਹਨਾਂ ਦੀ ਮੈਨੇਜਿੰਗ ਕਮੇਟੀ ਜਿਹੜੀ ਹੈ ਪੰਜਾਬ ਦੇ ਵਿੱਚ ਕਿਤੇ ਚਲੇ ਜਾਓ, ਜਿਹੜੀ ਮੈਨੇਜਿੰਗ ਕਮੇਟੀ ਹੈ ਉਹਦੇ ਵਿੱਚ ਇੱਕ ਵੀ SC ਜਾਂ BC ਮੈਂਬਰ ਉਹਨਾਂ ਦਾ ਮੈਂਬਰ ਨਹੀਂ ਹੋਊਗਾ ਕਦੇ ਵੀ। ਅੱਜ ਤੁਸੀਂ ਉਹਨਾਂ ਤੋਂ ਦੁੱਧ ਲੈਣ ਚਲੇ ਜਾਓ, ਤੁਹਾਨੂੰ 50 ਨਖਰੇ ਕਰਨਗੇ ਵੀ ਮੈਨੇਜਰ ਸਾਹਿਬ ਤੋਂ ਪਤਾ ਕਰੋ, ਫਲਾਣੇ ਤੋਂ ਪਤਾ ਕਰੋ, ਔਰ ਲੋਕਾਂ ਦੇ ਘਰੇ ਜਾ ਕੇ ਦੁੱਧ ਦੇ ਕੇ ਆਉਂਦੇ। ਇਹ ਇਕੱਲੇ ਮੈਂ ਕੋਟਕਪੂਰਾ, ਫਰੀਦਕੋਟ ਜਾਂ ਇਲਾਕੇ ਦੀ ਗੱਲ ਨਹੀਂ ਕਰ ਰਿਹਾ, ਇਹ ਸਾਰੇ ਪੰਜਾਬ 'ਚ ਇਹ ਹਾਲ ਹੈ। ਉਹ ਚੌਧਰਾਂ ਜਮਾ ਰਹੇ ਆਪਦੀਆਂ, ਔਰ ਚੌਧਰਾਂ ਪਿੱਛੇ ਲੜਾਈਆਂ ਵੀ ਹੋਈਆਂ ਉਹਨਾਂ ਦੀਆਂ, ਠੀਕ ਹੈ ਨਹੀਂ। ਤੇ ਅਸੀਂ ਕਹਿੰਦੇ ਵੀ ਜਦੋਂ ਸਰਕਾਰ ਤੋਂ ਵੀ ਉਹ ਲੈ ਰਿਹਾ, ਬਿਜਲੀ ਦਾ ਬਿੱਲ ਉਹਨਾਂ ਨੂੰ ਮਾਫ ਹੋਇਆ ਪਿਛਲੇ ਸਮੇਂ 'ਚ, ਕਿਉਂਕਿ ਸਾਡੀ ਧਾਰਮਿਕ ਭਾਵਨਾ ਕਰਕੇ ਨਾ ਜੋ ਹੁੰਦਾ ਬੰਦਾ, ਚਾਹੇ ਸਾਡੇ ਹੁਣ ਮਾਨਯੋਗ ਸਪੀਕਰ ਸਾਹਿਬ ਵੀ ਆਏ, ਉਹ ਵੀ ਗਊਸ਼ਾਲਾ 'ਚ ਗਏ ਤੇ ਪੰਡਿਤ ਜੀ ਨੇ ਪੁੱਛ ਹਿਲਾ ਕੇ ਉੱਥੇ ਉਹਦਾ ਕੀਤਾ। ਹਾਲਾਂਕਿ ਜਥੇਬੰਦੀਆਂ ਨੇ ਇਤਰਾਜ਼ ਕੀਤਾ, ਕਿਉਂਕਿ ਫਿਰ ਉਹੀ ਗੱਲ ਆ ਜਾਂਦੀ ਹੈ, ਉਹ ਤਾਂ ਆਪਦੀ ਸ਼ਰਧਾ ਤੌਰ ਤੇ ਗਏ ਔਰ ਉਹਨਾਂ ਨੇ ਸ਼ਰਧਾ ਨੂੰ ਇੰਨੀ ਓਵਰ ਸ਼ਰਧਾ ਦੇਤੀ ਕਿ ਉਹ ਇੱਕ ਮਾਮਲਾ ਬਣ ਗਿਆ। ਸਾਡਾ ਮਕਸਦ ਕਹਿਣ ਦਾ ਇਹ ਹੈ ਕਿ ਆਮ ਲੋਕ ਜਿਹੜੇ ਤੁਰੇ ਫਿਰਦੇ ਹੈ ਉਹਨਾਂ ਤੇ ਆਵਾਰਾ ਪਸ਼ੂ ਕਿਸ ਤਰ੍ਹਾਂ ਅਟੈਕ ਕਰਦੇ ਹੈ, ਸਾਨੂੰ ਗਊਸ਼ਾਲਾ ਨਾਲ ਕੋਈ ਦਿੱਕਤ ਨਹੀਂ। ਅਸੀਂ ਵੀ ਜਾਂਦੇ ਹਾਂ, ਪੱਠੇ ਪਾਉਂਦੇ ਹਾਂ, ਪੇੜਾ ਦਿੰਦੇ ਹਾਂ, ਕਿਉਂਕਿ ਮੈਂ ਇੱਕ ਹਿੰਦੂ ਹੋਣ ਦੇ ਨਾਤੇ ਕਿਉਂਕਿ ਮੇਰੀ ਵੀ ਭਾਵਨਾ ਅੰਦਰ ਕਿਤੇ ਜੁੜੀਆਂ ਹੋਈਆਂ। ਲੇਕਿਨ ਇਹ ਮਤਲਬ ਨਹੀਂ ਕਿ ਅਸੀਂ ਜਿਹੜੇ ਹੈ ਵੀ ਉਹ ਉਹਨਾਂ ਦੀ ਮੋਨੋਪੋਲੀ ਉਹਨਾਂ ਦੀ ਬਣੀ ਰਹੇ। ਔਰ ਇੱਕ ਇਹ ਵਿਚਾਰ ਪਾਇਆ ਜਾ ਰਿਹਾ ਹੈ, ਇਹ ਵੀ ਵਿੱਚ ਹੁੰਦੀ ਹੈ ਕਿ ਜਿਹੜਾ ਗਊਸ਼ਾਲਾ ਦਾ ਖਾਂਦਾ ਹੈ ਉਹ ਕਦੇ ਸੁੱਕਾ ਜਾਂਦਾ ਨਹੀਂ, ਕੋਈ ਨਾ ਕੋਈ ਰੋਗ ਲੈ ਕੇ ਮਰਦਾ ਹੈ, ਔਰ ਉਹਨਾਂ ਦੀ ਜਿਹੜੀਆਂ ਉਹਨਾਂ ਨੂੰ ਦੁਰਸ਼ੀਸ਼ਾ ਲੱਗਦੀਆਂ। ਤਾਂ ਸਾਡਾ ਕਹਿਣ ਦਾ ਮਤਲਬ ਇਹ ਹੈ, ਇਹ ਸਾਰੇ ਸਿਸਟਮ ਦੇ ਵਿੱਚ ਸੁਧਾਰ ਹੋਣ ਦੀ ਜ਼ਰੂਰਤ ਹੈ। ਡੇਅਰੀ ਔਰ ਗਊਸ਼ਾਲਾ ਦੇ ਜ਼ਮੀਨ ਆਸਮਾਨ ਦਾ ਅੰਤਰ ਹੈ। ਔਰ ਕਈ ਜ਼ਿਮੀਂਦਾਰ ਜਦੋਂ ਹੁਣ ਫਸਲ ਆਈ ਹੈ ਟਰਾਲੀਆਂ ਭਰ ਕੇ ਆਪਦੀ ਸ਼ਰਧਾ ਨਾਲ ਦੇ ਕੇ ਆਉਂਦੇ ਹੈ। ਤਾਂ ਸਾਥੀ ਇਹ ਸਾਰਾ ਮੈਨੂੰ ਲੱਗਦਾ ਇਹ ਬਿਜ਼ਨਸ ਇੱਕ ਸਰਕਲ ਚੱਲ ਰਿਹਾ ਹੈ, ਇੱਕ ਸਮਾਜ ਦੇ ਸੈਕਸ਼ਨ ਨੂੰ ਪਰੇ ਕਰਕੇ ਔਰ ਇੱਕ ਦੀ ਚੌਧਰ ਵਾਸਤੇ
ਔਰ ਪਲੱਸ ਉਹ ਬੰਦੇ ਬਿਲਕੁਲ ਨਹੀਂ ਬੋਲ ਰਹੇ ਜਿਹੜੇ ਸ਼ਹਿਰਾਂ 'ਚ ਆਵਾਰਾ ਟੱਠੇ ਤੁਰੇ ਫਿਰਦੇ ਹੈ, ਗੰਦਾਂ ਦੇ ਢੇਰਾਂ ਤੇ ਤੁਰੇ ਫਿਰਦੇ ਹੈ। ਔਰ ਜਦੋਂ ਇਹ ਗੱਲ ਪਿੱਛੇ ਸਮੇਂ 'ਚ ਹੋਈ ਤਾਂ ਉਹ ਕਹਿੰਦੇ ਵੀ ਤੁਸੀਂ ਸਲਾਟਰ ਹਾਊਸ ਦੀ ਗੱਲ ਨਾ ਕਰੋ, ਸਿਰਫ ਹਾਂ ਆ ਕੇ ਦੇਸੀ ਗਊਆਂ ਨੂੰ ਨਾ ਕੁਛ ਕਹੋ, ਤੇ ਜਿਹੜੇ ਬਾਹਰ ਦੇ ਟੱਠੇ ਹੈ ਨਾ ਉਹਨਾਂ ਵਾਸਤੇ ਖੋਲ੍ਹ ਦਿਓ। ਇਹਦਾ ਮਤਲਬ ਉਹਨਾਂ ਪ੍ਰਤੀ ਸਾਡੀ ਸ਼ਰਧਾ ਘੱਟ ਹੈ, ਕਿਉਂਕਿ ਹਾਈਬ੍ਰਿਡ ਆਓ। ਤਾਂ ਇਹ ਇਕੱਲਾ ਸ਼ਰਧਾ ਦਾ ਮਸਲਾ ਨਹੀਂ, ਅੰਦਰੋਂ ਲੋਕ ਦੁਖੀ ਹੈ, ਲੇਕਿਨ ਰਾਈਡ ਜਥੇਬੰਦੀਆਂ ਜਿਹੜੀਆਂ ਹੈਗੀਆਂ ਉਹ ਇੰਨੀ ਉਗਰ ਹੋ ਚੁੱਕੀਆਂ ਕਿ ਉਹ ਗੱਲ ਬਰਦਾਸ਼ਤ ਤਾਂ ਕੀ ਸੁਣ ਕੇ ਰਾਜੀ ਨਹੀਂ ਹੈਗੀਆਂ। ਜਦੋਂ ਕਿ ਉਹਨਾਂ ਨੂੰ ਵੀ ਇਹ ਬਾਰੇ ਸੋਚਣਾ ਚਾਹੀਦਾ ਹੈ ਕਿ ਦੁਨੀਆ ਔਰ ਸਾਰੀ ਜਿਹੜੀ ਹੈ ਹਿੰਦੁਸਤਾਨ ਅੱਜ ਕਿੱਥੇ ਚਲਾ ਗਿਆ, ਲੇਕਿਨ ਅੱਜ ਸਾਡੇ ਹਾਲਾਤ ਇਸੇ ਗੱਲ ਤੇ ਟਿਕੇ ਹੋਏ ਹੈ, ਮੰਦਰ ਮਸਜਿਦ ਗਊ ਤੇ ਇਹਨਾਂ ਤੇ ਟਿਕੇ ਹੋਏ ਹੈ। ਇਹ ਬਹੁਤ ਬੜਾ ਹੀ ਦੁਰਭਾਗੇ ਇਹ ਘਟਨਾਵਾਂ ਹੋ ਰਹੀਆਂ। ਸਾਨੂੰ ਸਰਕਾਰ ਨੂੰ ਔਰ ਖਾਸ ਕਰਕੇ ਨਵੀਂ ਸਰਕਾਰ ਜਿਹੜੀ ਪੰਜਾਬ ਦੀ ਗਵਰਨਮੈਂਟ ਬਣੀ ਹੈ, ਬੜੀ ਲਿਬਰਲ ਡੈਮੋਕ੍ਰੇਟਿਕ ਔਰ ਸੋਸ਼ਲ ਬਣੀ ਹੈ, ਇਹ ਤੇ ਸਾਨੂੰ ਉਮੀਦ ਹੈ, ਤਵੱਕੋ ਹੈ ਕਿ ਉਹ ਬੜਾ ਸੋਚ ਸਮਝ ਕੇ ਇਹਨਾਂ ਨੂੰ ਦਾਨ ਦੇਣ, ਬਿਜਲੀ ਦੇਣ ਔਰ ਨਾਲ ਦੀ ਨਾਲ ਇਹਨਾਂ ਤੇ ਕੰਟਰੋਲ ਕਰਨ। ਜਿਹੜਾ ਗਊ ਸੇਵਾ ਬੋਰਡ ਦਾ ਚੇਅਰਮੈਨ ਵੀ ਬਣਦਾ ਹੈ, ਉਹਦਾ ਵੀ ਫਰਜ਼ ਬਣਦਾ ਹੈ ਕਿ ਬਾਈ ਆਪਦੀ ਪੀੜ੍ਹੀ ਥੱਲੇ ਸੋਟਾ ਮਾਰ ਕੇ ਦੇਖਣ ਕਿ ਬਾਈ ਤਮਾਮ ਗਊਆਂ ਦਾ ਗਊਸ਼ਾਲਾ 'ਚ ਵਿਜ਼ਿਟ ਕਰਨ ਔਰ ਲੋਕਾਂ ਨੂੰ ਬੁਲਾ ਕੇ ਪੁੱਛਣ ਕਿ ਬਾਈ ਤੁਹਾਡਾ ਇੱਥੇ ਕਿਵੇਂ ਕਿਸ ਤਰ੍ਹਾਂ ਚੱਲ ਰਿਹਾ, ਕਿੰਨੇ ਲੋਕ ਆਮ ਸ਼ਰਧਾਲੂ ਲੋਕ ਉੱਥੇ ਪਹੁੰਚਦੇ ਆ ਤੇ ਉਹਨਾਂ ਦਾ ਯੋਗਦਾਨ ਕੀ ਤਾਂ ਉਹਨਾਂ ਨੂੰ ਮਿਲਦਾ ਕੀ ਹੈ।